ਅੱਜ ਦੀ ਵੀਡੀਓ ਬੜੀ ਇੰਟਰਸਟਡ ਹੋਣ ਵਾਲੀ ਹੈ। ਜਰਮਨ ਦੇ ਵਿੱਚ ਦੂਸਰੇ ਯੂਰਪੀ ਮੁਲਕਾਂ ਤੋਂ ਡਾਕੂਮੈਂਟਾਂ ਨੂੰ ਕਿਸ ਤਰੀਕੇ ਦੇ ਨਾਲ ਚੇਂਜ ਕਰਵਾਇਆ ਜਾ ਸਕਦਾ ਹੈ। ਇਸ ਵਾਸਤੇ ਸਾਡੀ ਪੂਰੀ ਵੀਡੀਓ ਨੂੰ ਜ਼ਰੂਰ ਦੇਖਿਆ ਜੇ। अस्सलाम वालेकुम दोस्तों, मैं रियल इंफॉर्मेशन यूरोप चैनल ਤੇ ਹਾਜ਼ਰ हूँ। ਜਿਨ੍ਹਾਂ ਦੋਸਤਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਇਹਨਾਂ ਦਾ ਦਿਲ ਦੀ ਗਹਿਰਾਈਆਂ ਤੋਂ ਸ਼ੁਕਰੀਆ, ਥੈਂਕ ਯੂ। ਔਰ ਜਿਹੜੇ ਇਸ ਚੈਨਲ ਤੇ ਨਏ ਆਏ ਨੇ ਉਹਨਾਂ ਦਾ ਵੈਲਕਮ। ਅੱਜ ਅਸੀਂ ਜਰਮਨ ਤੋਂ ਇੱਕ ਦੋਸਤ ਦੇ ਨਾਲ ਕਾਲ ਕਰਾਂਗੇ ਔਰ ਉਹਨਾਂ ਨੇ ਗ੍ਰੀਸ ਦੇ ਵਿੱਚੋਂ ਆਏ ਨੇ ਡਾਕੂਮੈਂਟਸ ਲੈ ਕੇ ਫਾਰ ਐਵਰ ਜਿਹੜੇ ਉਹ ਹੁੰਦੇ ਨੇ ਉਹਨਾਂ ਦਾ ਪ੍ਰੋਸੀਜਰ ਉਹਨਾਂ ਕੋਲੋਂ ਪੁੱਛਾਂਗੇ ਤੇ ਉਹਨਾਂ ਨੇ ਜਰਮਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨਾਂ ਡਾਕੂਮੈਂਟਾਂ ਨੂੰ ਚੇਂਜ ਕਰਵਾਇਆ ਹੈ। ਸਾਡੇ YouTube ਦੇਖਣ ਵਾਲੇ ਕਾਫੀ ਦੋਸਤਾਂ ਨੇ ਸਵਾਲ ਕੀਤਾ ਸੀ ਕਿ ਅਸੀਂ ਕਿਸ ਤਰ੍ਹਾਂ ਜਰਮਨ ਦੇ ਵਿੱਚ ਆਪਣੇ ਪੇਪਰਾਂ ਨੂੰ ਚੇਂਜ ਕਰਵਾ ਸਕਦੇ ਹਾਂ। ਤੇ ਅਸਾਂ ਇਹ ਸੋਚਿਆ ਕਿ ਇਹਦੇ ਉੱਤੇ ਕਿਉਂ ਨਾ ਇੱਕ ਵੀਡੀਓ ਬਣਾਈ ਜਾਏ ਔਰ ਜਰਮਨ ਦੇ ਵਿੱਚ ਇੱਕ ਦੋਸਤ ਦੇ ਨਾਲ ਰਾਬਤਾ ਕੀਤਾ ਜਾਏ ਜਿਨ੍ਹਾਂ ਨੇ ਗ੍ਰੀਸ ਤੋਂ ਆਣ ਕੇ ਤੇ ਆਪਣੇ ਡਾਕੂਮੈਂਟ ਚੇਂਜ ਕਰਵਾਏ ਸੀ। ਲਓ ਜੀ, ਅਸੀਂ ਹੁਣ ਕਾਲ ਕਰਨੇ ਆ ਆਪਣੇ ਦੋਸਤ ਭੱਟ ਸਾਹਿਬ ਦੇ ਨਾਲ ਜੋ ਕਿ ਜਰਮਨ ਦੇ ਵਿੱਚ ਨੇ। ਉਹਨਾਂ ਦੇ ਨਾਲ ਰਾਬਤਾ ਕਰਕੇ ਉਹਨਾਂ ਕੋਲੋਂ ਪੁੱਛਨੇ ਆ ਉਹ ਕਿਸ ਪ੍ਰੋਸੀਜਰ ਦੇ ਵਿੱਚੋਂ ਗੁਜ਼ਰੇ ਸੀ ਤੇ ਇਸ ਬਾਰੇ ਸਾਡੀ ਰਹਿਨੁਮਾਈ ਕਰਨ। अस्सलाम वालेकुम भट्ट साहब। वालेकुम अस्सलाम जनाब। खुश आमदीद जी ਤੁਹਾਨੂੰ ਸਾਡੇ ਚੈਨਲ ਉੱਤੇ। ਤੇ ਜਰਾ ਕੁ ਤੁਸੀਂ ਦੱਸੋ ਹਾਂ ਤੁਸਾਂ ਆਣ ਕੇ ਚੇਂਜ ਕਰਾਏ ਸਨ ਡਾਕੂਮੈਂਟ ਗ੍ਰੀਸ ਤੋਂ ਤੇ ਕਿਸ ਤਰੀਕੇ ਦੇ ਨਾਲ ਚੇਂਜ ਕਰਾਏ ਸਨ, ਸਾਰੇ ਪ੍ਰੋਸੀਜਰ ਦੇ ਬਾਰੇ ਥੋੜੀ ਜਿਹੀ ਰਹਿਨੁਮਾਈ ਫਰਮਾਓ ਨਾ। ठीक है जनाब, बहुत खुशी है जनाब ਤੁਹਾਡੇ ਚੈਨਲ ਤੇ ਮੁਲਾਕਾਤ ਕਰਕੇ। ਥੈਂਕ ਯੂ ਜੀ। ਦੋਸਤ ਚੈਨਲ ਕੀਤਾ ਜਿਨ੍ਹਾਂ ਨੂੰ ਇਸ ਇਨਫੋਰਮੇਸ਼ਨ ਦਾ ਨਹੀਂ ਪਤਾ ਉਹਨਾਂ ਦੀ ਰਹਿਨੁਮਾਈ ਹੋ ਜਾਏ। ਥੋੜਾ ਜਿਹਾ ਸਪੀਕਰ ਨਜ਼ਦੀਕ ਕਰੋ, ਆਵਾਜ਼ ਤੁਹਾਡੀ ਥੋੜੀ ਜਿੰਨਾ ਨਹੀਂ ਠੀਕ ਆ ਰਹੀ। ਜੀ ਜਨਾਬ। ਹਾਂਜੀ ਠੀਕ ਹੋ ਗਈ। ਤੁਸੀਂ ਜਨਾਬ ਸਵਾਲ ਪੁੱਛਿਓ ਜਿਹੜੇ ਉਹਨਾਂ ਦੇ ਜਵਾਬ ਨੇ ਕੋਸ਼ਿਸ਼ ਕਰਨਾ ਜਿੱਥੇ ਤੱਕ ਮਜ਼ੀਦ ਇਨਫੋਰਮੇਸ਼ਨ ਮਿਲੇ। ਹਾਂਜੀ, ਯੂਰਪ ਤੇ ਜਿਹੜੇ ਫਾਰ ਐਵਰ ਡਾਕੂਮੈਂਟਸ ਨੇ ਯੂਈ ਸਜੋਰਨ ਵਾਲੇ ਜਾਂ ਜਿਹੜੇ ਨੇ ਗ੍ਰੀਸ ਦੇ ਫਾਰ ਐਵਰ ਡਾਕੂਮੈਂਟ ਉਹਨਾਂ ਨੂੰ ਜਰਮਨ ਦੇ ਵਿੱਚ ਆ ਕੇ ਚੇਂਜ ਕਰਾਉਣਾ ਹੋਵੇ ਤੇ ਉਹਦਾ ਕੀ ਤਰੀਕੇਕਾਰ ਹੈ ਤੇ ਕੀ ਪ੍ਰੋਸੀਜਰ ਹੈ, ਕਿੰਨੀ ਦੇਰ ਦੇ ਵਿੱਚ ਚੇਂਜ ਹੋ ਜਾਂਦੇ ਨੇ ਤੇ ਕੰਮ ਦੀ ਇਜਾਜ਼ਤ ਕਿੰਨੀ ਦੇਰ ਤੱਕ ਆਉਂਦੀ ਹੈ। पहले नंबर पे इटली या स्पेन या यूनान ਜਿਹੜੇ ਕਾਗਜ਼ ਹਨ ਉਹਨਾਂ ਨੂੰ ਉਸ ਮੁਲਕ ਵਿੱਚ ਹੀ ਚੇਂਜ ਕਰਾਉਣਾ ਪਵੇਗਾ। यूनान ਨੂੰ ਜਿਹੜਾ ਐਪੀਮਾਕਰੋਨ ਕਹਿੰਦੇ ਨੇ ਤੇ ਦੂਸਰੇ ਮੁਲਕਾਂ ਵਿੱਚ ਜਿਹੜਾ ਵੀ ਉਹਨਾਂ ਨੂੰ ਕਹਿੰਦੇ ਨੇ 5 ਸਾਲ ਦਿੰਦੇ ਨੇ ਉਸ ਤੋਂ ਜ਼ਿਆਦਾ। ਤੇ ਉਹਦੇ ਤੇ ਤੁਸੀਂ ਆ ਕੇ ਇੱਥੇ ਆਪਣੇ ਕਾਗਜ਼ ਕਨਵਰਟ ਵੀ ਕਰਵਾ ਸਕਦੇ ਹੋ। ਸਭ ਤੋਂ ਪਹਿਲੇ यूनान ਦੇ ਵਿੱਚ ਜਿਹੜਾ 5 ਸਾਲ ਦਾ ਸਟicker ਮਿਲਦਾ ਹੈ ਜਾਂ ਕਾਰਡ ਮਿਲਦਾ ਹੈ ਐਪੀਮਾਕਰੋਨ ਉਹ ਚਾਹੀਦਾ। ਹਾਂ ਤੁਸੀਂ ਸਪੇਨ ਤੋਂ ਆਉਂਦੇ ਹੋ, ਹਾਂ ਤੁਸੀਂ ਇਟਲੀ ਤੋਂ ਆਉਂਦੇ ਹੋ, ਉਹ ਸਾਰਿਆਂ ਵਾਸਤੇ 5 ਸਾਲ ਦਾ ਕਾਰਡ ਹੀ ਜ਼ਰੂਰੀ ਹੈ। ਯਾਨੀ ਕਿ ਇਟਲੀ ਤੋਂ ਲਿਮਿਟਡ ਸਟੋਰ ਚਾਹੀਦੀ ਹੈ ਜਿਹਦੇ ਉੱਤੇ ਲੂੰਗੋ ਪੀਰੀਓਡੋ ਲਿਖਿਆ ਹੁੰਦਾ। ਠੀਕ ਹੋ ਗਿਆ। ਹਾਂਜੀ, ਉਹਦੇ ਬਾਅਦ ਤੁਹਾਨੂੰ ਫਿਰ ਇੱਥੇ ਆ ਕੇ ਤੇ 2-3 ਚੀਜ਼ਾਂ ਤੁਹਾਡੇ ਵਾਸਤੇ ਜ਼ਰੂਰੀ। ਪਹਿਲੇ ਨੰਬਰ ਤੇ यूनान ਦੀ ਜ਼ੁਬਾਨ ਵਿੱਚ ਉਹਨੂੰ ਜਿਹਨੂੰ ਮੁਕਾਮ ਦਾ ਕੰਟੈਕਟ ਸਮੋਲੀ ਕਹਿੰਦੇ ਨੇ। ਜੀ ਆਓ ਸਪੀਤੀ ਠੀਕ ਹੋ ਗਿਆ।
ਉਹ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ। ਜੀ ਉਸ ਤੋਂ ਬਾਅਦ ਦੂਸਰੇ ਲੈਟਰ ਜ਼ਰੂਰੀ ਹੈ। ਜੀ ਇਹ ਦੋ ਚੀਜ਼ਾਂ ਤੁਸੀਂ ਲੈ ਕੇ ਤੇ ਇਹਨਾਂ ਦਾ ਦਫ਼ਤਰ ਹੈ ਜਰਮਨ ਵਾਲਿਆਂ ਦਾ, ਜਿਹਨੂੰ ਆਊਸਲੈਂਡਰ ਬੇਉਡੇ ਕਹਿੰਦੇ ਨੇ, ਆਊਸਲੈਂਡਰ ਕਹਿੰਦੇ ਨੇ ਫਾਰਨਰ ਨੂੰ। ਤੇ ਉੱਥੇ ਜਾ ਕੇ ਤੁਹਾਨੂੰ ਇਹ ਪੇਪਰ ਆਪਣੇ ਦੇਣੇ ਪੈਣੇ ਨੇ। ਉਹ ਪੇਪਰ ਤੁਸੀਂ ਉਹਨਾਂ ਨੂੰ ਦਿਓਗੇ, ਤੁਹਾਨੂੰ ਟਾਈਮ ਦੇਣ ਦੇ 2 ਹਫ਼ਤੇ ਤੋਂ ਲੈ ਕੇ ਤੇ 1 ਮਹੀਨੇ ਤੱਕ ਦਾ। ਜੀ ਉਹਦੇ ਵਿੱਚ ਤੁਹਾਡੇ ਕਾਗਜ਼ਾਂ ਦੀ ਵੈਰੀਫਿਕੇਸ਼ਨ ਕਰਨਗੇ, ਆਇਆ ਜੀ। ਫਿਰ ਤੁਹਾਡੇ ਜਿਹੜਾ ਮਾਲਕ ਦਾ ਉਹ ਕਿੰਨੇ ਘੰਟੇ ਵਾਸਤੇ ਕੰਮ ਦੇ ਰਿਹਾ, ਫੁੱਲ ਸਾਈਡ ਕੰਮ ਦੇ ਰਿਹਾ 8 ਘੰਟੇ ਦਾ ਜਾਂ 6 ਘੰਟੇ ਦਾ ਕੰਮ ਦੇ ਰਿਹਾ ਜਾਂ 4 ਘੰਟੇ ਦਾ ਕੰਮ ਦੇ ਰਿਹਾ। ਇੱਕ ਕੰਮ ਦਿੰਦਾ, ਜੇ ਤੂੰ ਫੁੱਲ ਸਾਈਡ ਦਾ ਕੰਮ ਦਿੰਦਾ ਤੇ ਤੁਹਾਡੇ ਪਰਮਿਸ਼ਨ ਕੰਮ ਦੀ ਆਉਣੇ ਤੇ ਜ਼ਿਆਦਾ ਚਾਂਸਸ ਨੇ ਔਰ ਜਲਦੀ ਆਉਣੇ। ਤੇ ਜੇ ਤੁਹਾਨੂੰ ਉਹ ਪਰਮਿਸ਼ਨ ਉਹ ਕਾਗਜ਼ ਜਿਹੜੇ ਨੇ ਤੁਹਾਨੂੰ ਘੱਟ ਭਰ ਕੇ ਦਿੰਦਾ, ਲੈਟਰ ਬਣਾ ਕੇ ਦਿੰਦਾ ਤੁਹਾਨੂੰ 6 ਘੰਟੇ, ਉਹਦੇ ਵਾਸਤੇ ਚਾਂਸ ਥੋੜੇ ਘੱਟ ਹੋ ਜਾਂਦੇ ਨੇ। ਤੇ 4 ਘੰਟੇ ਦੇ ਭਰ ਕੇ ਦਿੰਦਾ ਤੇ ਫਿਰ ਉਹਦੇ ਹੋਰ ਜ਼ਿਆਦਾ ਘੱਟ ਚਾਂਸ ਹੋ ਜਾਂਦੇ ਨੇ। ਉਹ ਤੁਹਾਨੂੰ ਪਰਮਿਸ਼ਨ ਮਿਲ ਜਾਏਗੀ। 8 ਘੰਟੇ ਦਾ ਕੰਟਰੈਕਟ ਹੋਵੇ ਬੈਸਟ ਜੀ। 8 ਘੰਟੇ ਦਾ ਕੰਟਰੈਕਟ ਹੋਵੇ ਤੁਹਾਡੇ ਕੋਲ ਤੋਂ ਜ਼ਿਆਦਾ ਬੈਸਟ ਹੈ। ਤੁਹਾਡੀ ਪਰਮਿਸ਼ਨ ਵੀ ਜਲਦੀ ਆ ਜਾਏਗੀ ਔਰ ਜ਼ਿਆਦਾ ਚਾਂਸ ਹੋਣਗੇ ਤੁਹਾਡੀ ਪਰਮਿਸ਼ਨ ਆਉਣ ਦਾ। ਜੀ ਤੇ ਕਿਹੜੀ ਅਪਰਚੂਨਿਟੀ ਜ਼ਿਆਦਾ ਹੈ ਉੱਥੇ, ਅਗਰ ਬੰਦਾ ਕੋਈ ਆਵੇ ਤੇ ਆਣ ਕੇ ਆਪਣੇ ਨਾਲ ਪੇਪਰ ਚੇਂਜ ਕਰਾ ਲੇ, ਨਾਲੇ ਕਿਹੜੇ ਕੰਮ ਵਿੱਚ ਅਪਰਚੂਨਿਟੀ ਜ਼ਿਆਦਾ ਹੈ ਕਿ ਉਹਨੂੰ ਕਿਹੜਾ ਕੰਮ ਜ਼ਿਆਦਾ ਮਿਲ ਸਕੇਗਾ? ਕੰਮ ਇੱਥੇ ਤਕਰੀਬਨ ਹਰ ਕਿਸਮ ਦਾ ਹੈ ਤੇ ਬਹੁਤ ਜ਼ਿਆਦਾ ਹੈ ਜੀ। ਬੈਸਟ ਇਹ ਵੇ ਕਿ ਤੁਹਾਨੂੰ ਦੇਖਣ ਵਾਲੀ ਚੀਜ਼ ਜਿਹੜੀ ਹੈ ਇਹ ਵੇ ਤੁਹਾਨੂੰ ਕਿਹੜਾ ਕੰਮ ਆਉਂਦਾ ਅੱਛੇ ਤਰੀਕੇ ਨਾਲ, ਜਿਹਦੇ ਤੁਸੀਂ ਮਾਸਟਰ ਜੀ। ਉਹਦਾ ਤੁਹਾਡੇ ਕੋਲ ਬੈਸਟ ਹੈ। ਜੇ ਤੁਹਾਡੇ ਕੋਲ ਡਿਪਲੋਮਾ ਵੀ ਹੋਵੇ ਤੇ ਮਸਲਨ ਤੁਸੀਂ ਲਾਇਸੈਂਸ ਹੈ ਤੁਹਾਡੇ ਕੋਲ ਡਰਾਈਵਿੰਗ ਦਾ ਜੀ, ਟਰਾਲੇ ਦਾ ਜਾਂ ਬੱਸ ਦਾ, ਉਹ ਤੁਹਾਡੇ ਵਾਸਤੇ ਜ਼ਿਆਦਾ ਫਾਇਦਾਮੰਦ ਹੈ। ਜੀ ਪਰਮਿਸ਼ਨ ਵੀ ਬਹੁਤ 100% ਕਰੀਬਨ ਸਮਝੋ ਤੁਹਾਨੂੰ ਪਰਮਿਸ਼ਨ ਮਿਲ ਜਾਏਗੀ। ਜੇ ਤੁਹਾਡੇ ਕੋਲ ਟਰੱਕ ਦਾ ਜਾਂ ਬੱਸ ਦਾ ਲਾਇਸੈਂਸ ਹੈ, ਟਰਾਲੇ ਦਾ ਹੈ, 100% ਸਮਝੋ। ਅਗਰ ਲਾਇਸੈਂਸ ਬੀ ਜਿਹੜਾ ਕਾਰ ਦਾ ਜਿਹੜਾ ਲਾਇਸੈਂਸ ਹੈ ਜਾਂ ਫਰਗੋਨਾ ਜਿਹਦੇ ਨਾਲ ਚਲਾ ਸਕਦੇ ਹੋ ਤੁਸੀਂ, ਉਹਦੇ ਉੱਤੇ ਵੀ ਕੋਈ ਸਾਨੂੰ ਬੈਨੀਫਿਟ ਹੋ ਸਕਦੇ ਨੇ? ਜੀ ਉਹਦੇ ਤੇ ਵੀ ਹੋ ਸਕਦੇ ਨੇ, ਲੇਕਿਨ ਉਹਦੇ ਤੇ ਥੋੜੇ ਘੱਟ ਹੋ ਜਾਂਦੇ ਨੇ ਕਿਉਂਕਿ ਜਿਹੜਾ ਛੋਟਾ ਲਾਇਸੈਂਸ ਉਹ ਕਰੀਬਨ ਹਰ ਦੂਸਰੇ ਬੰਦੇ ਕੋਲ, ਹਰ ਦੂਸਰੇ ਬੰਦੇ ਨੂੰ ਉਹਦਾ ਤਜਰਬਾ ਹੈ। ਲੇਕਿਨ ਜਿੰਨੀ ਹੈਵੀ ਹੋ ਜਾਂਦੀ ਹੈ ਉਹਦੇ ਵਾਸਤੇ ਬੰਦੇ ਹੋ ਜਾਂਦੇ ਨੇ ਔਰ ਬਹੁਤ ਘੱਟ ਬੰਦੇ ਇਸ ਚੀਜ਼ ਨੂੰ ਪਸੰਦ ਵੀ ਕਰਦੇ ਨੇ। ਉਹ ਜਾਣਦਾ ਕਿਉਂ, ਹਾਲਾਂਕਿ ਉਹ ਕੰਮ ਬਹੁਤ ਜ਼ਿਆਦਾ ਆਸਾਨ ਹੈ, ਮੁਸ਼ਕਲ ਨਹੀਂ। ਲੇਕਿਨ ਸਾਡੇ ਲੋਕ ਜਿਹੜੇ ਨੇ ਉਹ ਮੇ ਵੀ ਇਸ ਚੀਜ਼ ਨੂੰ ਨਾ ਪਸੰਦ, ਮੈਂ ਨਹੀਂ ਕਹਿੰਦਾ, ਲੇਕਿਨ ਜੇ ਤੁਸੀਂ ਉੱਥੇ ਆਪਣੀ ਕਮਿਊਨਿਟੀ ਦਾ ਕੀ ਹਿਸਾਬ ਹੈ? ਅਗਰ ਆਪਣੀ ਕਮਿਊਨਿਟੀ ਦੇ ਬੰਦਿਆਂ ਦੇ ਕੋਲ ਆ ਕੇ ਕਿਸੇ ਰੈਸਟੋਰੈਂਟ ਤੇ ਜਾਂ ਹੋਰ ਕਿਸੇ ਕਿਸਮ ਦੇ ਕੰਮਾਂ ਉੱਤੇ ਆਣ ਕੇ ਬੰਦਾ ਉੱਥੇ ਕੰਮ ਕਰਨਾ ਸ਼ੁਰੂ ਕਰੇ ਤੇ ਆਪਣੀ ਕਮਿਊਨਿਟੀ ਕੈਸਾ ਉੱਥੇ ਤੁਹਾਡੇ ਨਾਲ ਸਲੂਕ ਕਰਦੀ ਹੈ? ਵਕਤੀ ਤੌਰ ਤੇ ਤੁਹਾਨੂੰ ਆਪਣੀ ਕਮਿਊਨਿਟੀ ਦੇ ਸਹਾਰਾ ਲੈਣਾ ਪੈਣਾ, ਕਿਉਂਕਿ ਸਾਨੂੰ ਇੱਥੇ ਦੇ ਜਿਹੜੇ ਡੁੱਚ ਬੰਦੇ ਨੇ ਉਹ ਤੇ ਕੰਮ ਤੇ ਰੱਖਦੇ ਨਹੀਂ, ਕਿਉਂਕਿ ਜ਼ੁਬਾਨ ਆਉਣੀ ਚਾਹੀਦੀ ਉਸ ਵਾਸਤੇ। ਹਾਂਜੀ, ਪਹਿਲਾ ਮਸਲਾ ਤਾਂ ਉਸ ਕੰਮ ਨੂੰ ਸਮਝਣਾ ਚਾਹੀਦਾ ਜੀ। ਤੇ ਉਹ ਤਾਂ ਹੀ ਆ ਸਕਦੀ ਹੈ ਜੇ ਕਿਸੇ ਮੁਲਕ ਵਿੱਚ ਤੁਸੀਂ ਰਹਿੰਦੇ ਹੋ, ਸਕੂਲ ਦਾਖਲਾ ਲੈਂਦੇ ਹੋ, ਪੜ੍ਹਦੇ ਹੋ, ਜਾਂ ਕਿਧਰੇ ਇਸ ਤਰ੍ਹਾਂ ਤੁਹਾਡਾ ਵਾਹ ਪੈਂਦਾ, ਉਹ ਤੁਹਾਨੂੰ ਲਫ਼ਜ਼ ਤਾਂ ਹੀ ਸਮਝ ਆਉਣੇ ਨੇ ਤੇ ਤੁਸੀਂ ਉਹ ਸਿੱਖਣੀ ਹੈ ਜ਼ੁਬਾਨ, ਤੇ ਤੁਸੀਂ ਬਿਹਤਰ ਤਰੀਕੇ ਨਾਲ ਜ਼ਿੰਦਗੀ ਗੁਜ਼ਾਰ ਸਕਦੇ ਹੋ। ਜਿੰਨੀ ਜਲਦੀ ਜ਼ੁਬਾਨ ਸਿੱਖ ਲਓਗੇ ਜਿੰਨੀ ਜਲਦੀ ਜ਼ੁਬਾਨ ਸਿੱਖ ਲਓਗੇ ਤੁਹਾਡੇ ਕੰਮਾਂ ਹੋਰ ਜ਼ਿਆਦਾ ਖੁੱਲਦੇ ਜਾਣਗੇ। ਜੀ ਕੀ ਕਿਹਾ ਤੁਸੀਂ? ਜੀ ਤਨਖਾਹਾਂ ਦਾ ਕੀ ਹਿਸਾਬ ਕਿਤਾਬ ਹੈ? ਮਿਸਾਲ ਦੇ ਤੌਰ ਤੇ ਅਗਰ ਕੋਈ ਨਵਾਂ ਬੰਦਾ ਆਉਂਦਾ ਆਪਣੀ ਕਮਿਊਨਿਟੀ ਦੇ ਬੰਦਿਆਂ ਦੇ ਕੋਲ ਹੀ ਕੰਮ ਕਰਦਾ, ਮਜ਼ੀਦ 1 ਸਾਲ ਮਜਬੂਰੀ ਦੇ ਤੌਰ ਤੇ ਉਹਨਾਂ ਦੇ ਕੋਲ ਹੀ ਕੰਮ ਕਰਦਾ, ਤੇ ਤਨਖਾਹ ਵਿੱਚ ਕੀ ਸਿਸਟਮ ਹੁੰਦਾ? ਕਿੰਨੀ ਕੁ ਤਨਖਾਹ ਦਿੰਦੇ ਨੇ? ਆਪਣਾ ਗੁਜ਼ਾਰਾ ਬੰਦੇ ਦਾ ਕਿਸ ਤਰੀਕੇ ਨਾਲ ਉੱਥੇ ਹੋ ਸਕਦਾ? ਆਪਣੀ ਕਮਿਊਨਿਟੀ ਦੇ ਬੰਦੇ ਜਿਹੜੇ ਜਾਂ ਬੰਗਲਾਦੇਸ਼ ਦੇ ਨੇ ਉਹ ਤੇ ਤਨਖਾਹ, ਜੇ ਤੁਹਾਨੂੰ ਜਰਮਨ ਦਾ ਬੰਦਾ 1000 ਯੂਰੋ ਦੇਗਾ ਤੇ ਉਹ ਤੁਹਾਨੂੰ 500 ਜਾਂ 600 ਦੇਣਗੇ।
ਤੇ ਇਸ ਵਾਸਤੇ ਤੁਹਾਡੀ ਮਜਬੂਰੀ ਵੀ ਸਮਝ ਕੇ ਉਨੀ ਤਨਖਾਹ ਤੇ ਕੰਮ ਕਰਨਾ ਕਿ 1 ਸਾਲ ਤੁਹਾਨੂੰ ਜ਼ਰੂਰ ਕੰਮ ਕਰਨਾ ਹੀ ਪੈਣਾ। ਅੱਛਾ, ਤੁਹਾਡੇ ਉੱਤੇ ਇੱਕ ਸਵਾਲ ਕਰਨੇ ਆ। ਤੁਸੀਂ ਜਦੋਂ ਨਵੇਂ ਆਏ ਹੋ, ਤੁਸੀਂ ਕੀ ਕੀਤਾ ਸੀ? ਮਸਲਨ ਕਿਸੇ ਦੇ ਕੋਲ ਕੰਮ ਕਰਦੇ ਰਹੇ ਹੋ ਜਾਂ ਡਾਇਰੈਕਟ ਜਾ ਕੇ ਤੇ DHL 'ਚ ਲੱਗੇ ਹੋ? ਨਹੀਂ ਜੀ, ਮੇਰੇ ਵੀ ਇੱਕ ਦੋਸਤ ਨੇ ਇੱਥੇ, ਤੇ ਉਹਨਾਂ ਨੇ ਮੇਰੀ ਹੈਲਪ ਕੀਤੀ ਸੀ ਜੀ, ਗੁਲਰੇਜ਼ ਸਾਹਿਬ ਨਾਮ ਉਹਨਾਂ ਦਾ। ਮਾਸ਼ਾਅੱਲਾ। ਜਰਮਨ ਫੈਮਿਲੀ ਤੇ ਰਹਿੰਦੇ ਨੇ, ਮਾਸ਼ਾਅੱਲਾ ਬਹੁਤ ਅੱਛੇ ਨੇ ਤੇ ਬਹੁਤ ਹੀ ਨਾਇਸ ਬੰਦੇ ਨੇ, ਤੇ ਮੇਰੇ ਤੇ ਉਹਨਾਂ ਦੇ ਬਹੁਤ ਜ਼ਿਆਦਾ ਸ਼ਾਨ ਨੇ। ਉਹਨਾਂ ਨੇ ਮੇਰੀ ਹੈਲਪ ਕੀਤੀ ਸੀ ਜੀ, ਕੰਮ ਵਾਲਾ, ਇਸ ਕਰਕੇ ਉੱਥੇ ਭਰਵਾ ਕੇ ਦਿੱਤੇ, ਕੰਟਰੈਕਟ ਵੀ ਲੈ ਕੇ ਦਿੱਤਾ, ਮਕਾਨ ਆਪਣੇ ਦਾ ਉਹਨਾਂ ਨੇ ਸਮੋਲੀਓ ਨਾਲ ਲਾ ਕੇ ਦਿੱਤਾ, ਕਮਿਸ਼ਨ ਆ ਗਈ। ਤਕਰੀਬਨ ਮੈਂ 1 ਸਾਲ ਉਸ ਵੀਜ਼ੇ ਤੇ ਕੰਮ ਕੀਤਾ। ਕਾਗਜ਼ ਮੇਰੇ ਫਰਾਈ ਹੋ ਗਏ। ਉਸ ਤੋਂ ਬਾਅਦ ਮੇਰੇ ਕੋਲ ਲਾਇਸੈਂਸ ਹੈ ਸੀ ਯੂਨਾਨ ਦਾ। ਉਸ ਯੂਨਾਨ ਦੇ ਲਾਇਸੈਂਸ ਤੇ ਮੈਂ ਫਿਰ ਕੰਮ ਦਾ ਪਤਾ ਕੀਤਾ ਤੇ ਮੇਰੇ ਇੱਕ ਦੋਸਤ ਨੇ ਮੈਨੂੰ ਮੇਰੀ ਹੈਲਪ ਕੀਤੀ। ਉਹ ਕਿਹਾ ਇਸ ਤਰ੍ਹਾਂ ਇੱਕ DHL ਦੇ ਬੰਦੇ ਨੂੰ ਟਰੱਕ ਡਰਾਈਵਰ ਦੀ ਜ਼ਰੂਰਤ ਹੈ, ਤੇ ਮੈਂ ਉਹਦੇ ਕੋਲ ਟੁਰ ਗਿਆ। ਉਹਦੇ ਨਾਲ ਜਾ ਗੱਲਬਾਤ ਕੀਤੀ ਤੇ ਉਹਨੇ ਕਿਹਾ ਠੀਕ ਹੈ, ਮੈਨੂੰ ਜ਼ਰੂਰਤ ਹੈ, ਜੇ ਤੇਰੇ ਕੋਲ ਤਜਰਬਾ ਹੈ ਗੱਡੀ ਚਲਾਉਣ ਦਾ ਤੇ ਬਾਕੀ ਤੇਰੀ ਗਾਈਡਿੰਗ ਮੈਂ ਕਰ ਦਿਆਂਗਾ। ਸਹੀ ਹੋ ਗਿਆ। ਤੇ ਇਸ ਤਰ੍ਹਾਂ ਮੈਂ ਉਸ ਬੰਦੇ ਕੋਲ ਕੰਮ ਲੱਗਿਆ ਤੇ ਉਹ ਹੁਣ ਤੱਕ ਮੈਂ ਉਹਦੇ ਕੋਲ ਲੱਗੇ ਆ, ਤੁਰਕੀ ਦਾ ਬੰਦਾ। ਯਾਨੀ ਕਿ ਇੱਕ ਆਪਣੀ ਸਲਾਮ ਦੁਆ ਹੋਣਾ ਜਿਹੜੀ ਹੋਵੇ ਉੱਥੇ ਸਲਾਮ ਦੁਆ, ਉਹਦੇ ਉੱਤੋਂ ਫਾਇਦਾ ਸਾਨੂੰ ਹੋ ਸਕਦਾ। ਹੋ ਹੀ ਫਾਇਦਾ ਤਾਂ ਸਕਦਾ ਜੇ ਸਾਡੀ ਸਲਾਮ ਦੁਆ ਹੈ, ਤੇ ਬਗੈਰ ਸਲਾਮ ਦੁਆ ਅਸੀਂ ਇੱਥੇ ਆ ਕੇ ਕੰਮ ਹੋ ਸਕਦਾ। ਹਾਂਜੀ, ਵਰਨਾ ਉੱਥੇ ਜਾ ਕੇ ਸੜਕ ਉੱਤੇ ਹੀ ਸੌਣਾ ਪੈਣਾ। ਸੜਕ ਉੱਤੇ ਸੋਣਾ ਜੇ ਜਾਂ ਕਿਧਰੇ ਦਲੀਲ ਹੋਵੋਗੇ, ਕੋਈ ਫਾਇਦਾ ਨਹੀਂ। ਤੁਸੀਂ ਹੋਟਲ ਵਿੱਚ ਵੀ ਕਿਸੇ 'ਚ ਰਹਿ ਲਵੋਗੇ, ਤੁਹਾਨੂੰ ਕੋਈ ਬੰਦਾ ਦੱਸਦਾ ਹੀ ਨਹੀਂ ਕਿਹੜਾ ਦਫ਼ਤਰ ਕਿਹੜੀ ਸਾਈਡ ਤੇ ਵੇ, ਤੁਹਾਨੂੰ ਗਾਈਡ ਕਰਨ ਵਾਲਾ ਹੈ ਹੀ ਨਹੀਂ, ਕੀ ਕਰੋਗੇ? ਬਿਲਕੁਲ, ਜ਼ਬਾਨ ਆਉਂਦੀ ਨਹੀਂ, ਤੁਸੀਂ ਕਿਸ ਪਾਸੇ ਜਾ ਸਕਦੇ ਹੋ? ਹਾਂਜੀ। ਤੇ ਘਰਾਂ ਦਾ ਖਰਚਾ ਕਿੰਨਾ ਕੁ ਹੈ? ਮਿਸਾਲ ਦੇ ਤੌਰ ਤੇ 500-700 ਤਨਖਾਹ ਆਪਣੀ ਕਮਿਊਨਿਟੀ ਦੇ ਕੰਮ ਤੇ ਲੱਗ ਕੇ ਬੰਦਾ, ਤੇ ਘਰਾਂ ਦਾ ਖਰਚਾ ਕਿੰਜ ਹੁੰਦਾ ਹੈ? ਉਸ ਹਿਸਾਬ ਦੇ ਨਾਲ ਬਚਤ ਕੀ ਆਉਂਦੀ ਹੈ 1 ਸਾਲ ਜਿਹੜਾ ਉੱਥੇ ਸਮਝੋ ਘੱਟਾ ਹੀ ਫਕਣਾ ਹੈ? ਸਾਲ ਇੱਕ ਜਿਹੜਾ ਹੈ, ਤੁਹਾਨੂੰ ਇਹ ਨਹੀਂ ਸਮਝੋ ਕਿ ਤੁਸੀਂ ਆਪਣੇ ਬੱਚਿਆਂ ਦਾ ਖਰਚਾ ਹੀ ਤੋੜ ਰਹੇ ਹੋ। ਭਾਵੇਂ ਤੁਸੀਂ ਪਾਕਿਸਤਾਨ 'ਚ ਹੋ, ਤੁਸੀਂ ਇੰਡੀਆ ਦੇ ਹੋ, ਬੰਗਲਾਦੇਸ਼ ਦੇ ਹੋ, ਤੁਸੀਂ ਇਹ ਸਮਝੋ ਕਿ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਦਾ ਖਾਣ ਪੀਣ ਦਾ ਖਰਚਾ ਹੀ ਬਚਾ ਰਹੇ ਹਾਂ, ਉਸ ਤੋਂ ਇਲਾਵਾ ਤੁਹਾਡੇ ਕੋਲ ਬਚਤ ਨਹੀਂ ਹੋਣੀ। ਜਦੋਂ ਕਾਗਜ਼ ਤੁਹਾਡੇ ਫ੍ਰੀ ਹੋ ਜਾਂਦੇ ਨੇ, ਫਿਰ ਮਾਲਕ ਮੂੰਹ ਵੀ ਲਾ ਲੈਂਦਾ, ਉਹ ਵੀ ਤੁਹਾਡੀ ਤਨਖਾਹ ਵਧਾਏਗਾ। ਉਹ ਤੁਹਾਡੇ ਵਾਸਤੇ ਜਿਹੜੀਆਂ ਨੇ ਗੁੱਦੇ ਨੇ ਜਾਣਗੀਆਂ, ਰਸਤੇ ਤੁਹਾਡੇ ਵਾਸਤੇ ਆਸਾਨ ਹੁੰਦੇ ਜਾਣਗੇ। ਸਹੀ, ਠੀਕ ਹੋ ਗਿਆ। ਤੇ 1 ਸਾਲ ਬਾਅਦ ਯਾਨੀ ਕਿ ਜਦੋਂ ਕੰਮ ਦੀ ਇਜਾਜ਼ਤ ਆਉਂਦੀ ਹੈ, ਸਿੱਖ ਲੈਣ ਕੰਮ। ਜਦੋਂ ਕੰਮ ਦੀ ਇਜਾਜ਼ਤ ਆਉਂਦੀ ਹੈ, ਇਜਾਜ਼ਤ ਆਉਣ ਤੋਂ ਮੈਂ ਅਰਜ਼ ਕਰਦਾ ਸਾਂ ਪਿਆ, ਅਗਰ ਜਿਸ ਟਾਈਮ ਕੰਮ ਦੀ ਇਜਾਜ਼ਤ ਆਉਂਦੀ ਹੈ ਤੇ ਆਉਣ ਤੋਂ ਕਿੰਨੀ ਦੇਰ ਬਾਅਦ ਤੁਹਾਨੂੰ ਉਹ 1 ਸਾਲ ਦਾ ਕਾਰਡ ਮਿਲ ਜਾਂਦਾ ਹੈ? ਨੂੰ ਕੰਮ ਦੀ ਪਰਮਿਸ਼ਨ ਦੇਣਗੇ, ਤੁਹਾਨੂੰ ਕਹਿਣਗੇ ਕਿ ਜਾ ਕੇ ਆਪਣਾ ਕੰਮ ਸ਼ੁਰੂ ਕਰ ਲੈ। ਜਿਸ ਦਿਨ ਉਹਨਾਂ ਤੁਹਾਨੂੰ ਲੈਟਰ ਦੇ ਦੇਣਾ, ਤੁਸੀਂ ਜਾ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ। ਉਸੇ ਦਿਨ ਨੂੰ ਤੁਹਾਡੇ ਉਹਨਾਂ ਨੇ ਫਿੰਗਰ ਲੈ ਲੈਣੇ ਨੇ। 90 ਤੋਂ 95 ਯੂਰੋ ਤੱਕ ਉਹਨਾਂ ਦੀ ਫੀਸ ਉਹਨਾਂ ਤੁਹਾਡੇ ਕੋਲ ਉਸ ਟਾਈਮ ਜਮ੍ਹਾਂ ਕਰ ਲੈਣੀ, ਤੇ ਉਹ 2 ਜਾਂ 3 ਹਫ਼ਤੇ ਦੇ ਦੌਰਾਨ ਤੁਹਾਡਾ ਕਾਰਡ ਜਿਹੜਾ ਤੁਹਾਨੂੰ ਮਿਲ ਜਾਏਗਾ। ਕਿਆ ਬਾਤ ਹੈ! ਇਟਲੀ ਦੇ ਵਿੱਚ 6 ਮਹੀਨੇ ਦੀ ਫਿੰਗਰਾਂ ਦੀ ਪੁਆਇੰਟ ਮਿਲਦੀ ਹੈ ਨਾ? ਨਹੀਂ, ਇੱਥੇ ਉਹ ਚੀਜ਼ ਕੋਈ ਨਹੀਂ। ਜੇ ਤੁਹਾਡਾ ਕੰਮ ਠੀਕ ਹੈ, ਤੁਹਾਡੀ ਹਰ ਚੀਜ਼ ਓਰੀਜਨਲ ਹੈ, ਅੱਛੇ ਤਰੀਕੇ ਨਾਲ ਤੁਹਾਡੀ ਹਰ ਚੀਜ਼ ਜਮ੍ਹਾਂ ਹੋ ਗਈ ਹੈ, ਤੇ ਜ਼ਿਆਦਾ ਤੋਂ ਜ਼ਿਆਦਾ 1 ਮਹੀਨਾ ਇਸ ਤੋਂ ਉੱਪਰ ਨਹੀਂ ਹੋਣਾ। ਇੱਕ ਲੈਟਰ ਭੇਜਦੇ ਨੇ, ਜਿਸ ਤਰ੍ਹਾਂ ਬੈਂਕ ਦਾ ਲੈਟਰ ਕਾਰਡ ਭੇਜਦੇ ਨੇ, ਇਸੇ ਤਰ੍ਹਾਂ ਇਹ ਸੇਮ ਕਾਰਡ ਦੀ ਪਿੰਨ ਕੋਡ ਤੁਹਾਡੇ ਘਰ। ਉਸ ਤੋਂ ਬਾਅਦ ਫੋਨ ਤੇ ਰਾਬਤਾ ਕਰ ਲਵੋ ਜਾਂ ਜਾ ਕੇ ਟਾਈਮ ਲੈ ਲਓ ਕਿ ਅਸੀਂ ਆਉਣਾ ਚਾਹੁੰਦੇ ਹਾਂ, ਆਪਣਾ ਕਾਰਡ ਲੈਣਾ, ਟਾਈਮ ਦੇ ਦੇ। ਉਸ ਤੋਂ ਬਾਅਦ ਤੁਸੀਂ ਦੁਬਾਰਾ। ਅੱਛਾ ਜੀ, ਜਿਸ ਟਾਈਮ 1 ਸਾਲ ਦਾ ਕਾਰਡ ਮੁੱਕ ਜਾਂਦਾ, ਫਿਰ ਤੁਸੀਂ ਜਿਹੜਾ ਮਰਜ਼ੀ ਅੱਗੋਂ ਨਵਾਂ ਕੰਟਰੈਕਟ ਲੈ ਕੇ, ਨਵਾਂ ਮਾਲਕ ਲੈ ਕੇ ਅੱਗੋਂ ਜਮ੍ਹਾਂ ਕਰਾ ਸਕਦੇ ਹੋ ਪੇਪਰ। ਤੁਹਾਨੂੰ ਫਿਰ 2 ਸਾਲ ਦਾ ਮਿਲਦਾ ਜਾਂ ਫਿਰ 1 ਸਾਲ ਦਾ ਮਿਲਦਾ? ਟਾਈਮ ਤੁਹਾਡਾ ਸਾਲ ਦਾ ਕਾਰਡ ਖਤਮ ਹੁੰਦਾ, ਜ਼ਾਹਿਰੀ ਬਾਤ ਹੈ ਤੁਸੀਂ ਦੁਬਾਰਾ ਹਰ ਚੀਜ਼ ਉਹਨੂੰ ਜਮ੍ਹਾਂ ਦੀ ਕਰਵਾਉਣੀ, ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਤੁਸੀਂ ਪਹਿਲੇ ਦਿਨ ਕਰੋਗੇ।
ਯਾਨੀ ਕਿ ਤੁਸੀਂ ਹਰ ਦੁਬਾਰਾ ਚੀਜ਼ ਜਮ੍ਹਾਂ ਯਾਨੀ ਉਸ ਤੋਂ ਬਾਅਦ ਜਿੱਦਾਂ 2 ਸਾਲ ਦੇ ਤੁਹਾਨੂੰ ਮਿਲ ਜਾਣੇ ਨੇ, ਤੁਸੀਂ ਆਪਣਾ ਕੰਮ ਕਰਨਾ ਚਾਹੁੰਦੇ ਹੋ ਈਜ਼ੀਲੀ ਤੁਸੀਂ ਆਪਣਾ ਕੰਮ ਕਰ ਸਕਦੇ ਹੋ। ਆਪਣਾ ਨਹੀਂ ਕਰ ਸਕਦੇ, ਹੂੰ ਕਿਸੇ ਦੂਸਰੀ ਜਗ੍ਹਾ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਕੰਮ ਤੇ। ਉਹਦੇ ਵਾਸਤੇ ਤੁਹਾਨੂੰ ਪਰਮਿਸ਼ਨ ਦੇ ਇੰਤਜ਼ਾਰ ਦੀ ਜ਼ਰੂਰਤ ਨਹੀਂ ਰਹਿਣੀ। ਠੀਕ ਹੈ। ਉਹ ਤੇ ਆਪਣਾ ਕੰਮ ਕਿਸੇ ਜੇ ਦੁਬਾਰਾ ਕਿਸੇ ਨੇ ਅਪਲਾਈ ਕਰਨਾ ਹੋਵੇ ਤੇ ਉਹਦਾ ਕੀ ਉਹ ਤਰੀਕੇਕਾਰ ਹਰ ਹੁੰਦਾ? ਮਹੀਨੇ ਇੱਕ ਲੈਟਰ ਦਿੰਦਾ ਮਾਲਕ, ਜਿਹਦੇ ਵਿੱਚ ਤੁਹਾਡੇ ਲਿਖਿਆ ਹੁੰਦਾ ਹੈ ਕਿ ਤੁਸੀਂ ਕਿੰਨੀ ਤਨਖਾਹ ਲੈ ਰਹੇ ਹੋ, ਹੂੰ ਕਿੰਨੇ ਘੰਟੇ ਕੰਮ ਕਰ ਰਹੇ ਹੋ, ਹਫ਼ਤੇ 'ਚ ਕਿੰਨੇ ਦਿਨ ਕੰਮ ਕਰ ਰਹੇ ਹੋ, ਉਹਦੀ ਪੂਰੀ ਤਫਸੀਲ ਲਿਖੀ ਹੈ। ਉਹਨੇ ਉਹ ਨੇ 3 ਤੁਹਾਡੇ ਕੋਲ ਉਹ ਪੇਪਰ ਲੈਣੇ ਨੇ ਜਿਹਨੂੰ ਕਹਿੰਦੇ ਨੇ, ਯਾਨੀ ਕਿ ਤਨਖਾਹ ਹੁੰਦਾ ਹੈ, ਕਿੰਨੇ ਘੰਟੇ ਕੰਮ ਕਰਕੇ ਤੁਸੀਂ ਕਿੰਨੀ ਤਨਖਾਹ ਲੈਂਦੇ ਹੋ। ਉਹਨਾਂ ਨੇ ਲਾਸਟ 3 ਜਿਹੜੇ ਨੇ ਉਹ ਤੁਹਾਡੇ ਕੋਲ ਲੈਣੇ। ਜੀ ਠੀਕ ਹੋ ਗਿਆ। ਤੇ ਆਪਣਾ ਕੰਮ ਤੁਸੀਂ ਕਦੋਂ ਕਰ ਸਕਦੇ ਹੋ ਮਿਸਾਲ ਦੇ ਤੌਰ ਤੇ? ਤੁਸੀਂ ਆਪਣਾ ਕੰਮ ਉਸ ਟਾਈਮ ਕਰ ਸਕਦੇ ਹੋ ਜਿਸ ਟਾਈਮ ਤੁਹਾਡੇ ਕੋਲ ਫਾਰਐਵਰ ਹੋ ਜਾਣ, ਤੁਹਾਨੂੰ ਫਾਰਐਵਰ ਕਾਰਡ ਮਿਲ ਜਾਂਦਾ, ਤੁਸੀਂ ਇੱਥੇ ਦਾ ਪਾਸਪੋਰਟ ਲੈ ਲੈਂਦੇ ਹੋ। ਅੱਛਾ, ਉਸ ਤੋਂ ਪਹਿਲਾਂ ਮਿਸਾਲ ਦੇ ਤੌਰ ਤੇ ਅੱਜ ਤੁਸੀਂ ਵੀ ਹੋ ਤੇ ਆਪਣਾ ਕੰਮ ਕਰਨਾ ਚਾਹੋ, ਕੋਈ ਰੈਸਟੋਰੈਂਟ ਖੋਲਣਾ ਚਾਹੋ ਤੇ ਨਹੀਂ ਖੋਲ ਸਕਦੇ? ਉਹਦੇ ਵਾਸਤੇ ਇੱਕ ਥੋੜੇ ਜਿਹੇ ਇਹਨਾਂ ਦੇ ਕੰਮ ਹੈ ਨੇ ਜਿਹੜੇ ਸਾਡੇ ਦੇਸੀ ਬੰਦਿਆਂ ਵਾਸਤੇ ਬੜੇ ਭਾਰੇ ਨੇ, ਕਿਉਂਕਿ ਉਹਨਾਂ ਨੂੰ ਪੁੱਛਣਾ ਤੁਸੀਂ ਕੰਮ ਤੇ ਸ਼ੁਰੂ ਕਰਨ ਲੱਗੇ ਹੋ, ਇੰਨਾ ਪੈਸਾ ਤੁਹਾਡੇ ਕੋਲ ਆਇਆ ਕਿੱਥੋਂ? ਹਾਂਜੀ। ਉਹ ਪੈਸਾ ਇਨਫੋਰਮੇਸ਼ਨ ਦੇ ਕਿ ਅਸੀਂ ਆਪਣੇ ਮੁਲਕ ਨੂੰ ਚੀਜ਼ ਵੇਚਦੇ ਹਾਂ ਤਾਂ ਸਾਨੂੰ ਪ੍ਰੂਫ ਦੇਣਾ ਪਵੇਗਾ। ਜੇ ਅਸੀਂ ਕਿਸੇ ਦੂਸਰੀ ਕੰਟਰੀ 'ਚ ਮੰਗਵਾਉਂਦੇ ਹਾਂ ਉਹ ਵੀ ਸਾਨੂੰ ਪ੍ਰੂਫ ਦੇਣਾ ਪਵੇਗਾ ਜੀ ਸਾਡਾ ਭਰਾ ਹੈ ਜਾਂ ਸਾਡਾ ਚਾਚਾ ਹੈ ਜਾਂ ਸਾਡਾ ਕੋਈ ਵੀ ਰਿਸ਼ਤੇਦਾਰ ਹੈ, ਅਸੀਂ ਉਦੋਂ ਕਰ ਲਿਆ, ਉਹ ਸਾਰੇ ਪ੍ਰੂਫ ਸਾਨੂੰ ਦੇਣੇ ਪੈਣਗੇ। ਠੀਕ ਹੋ ਗਿਆ। ਚਲੋ ਇਸ ਤਰੀਕੇ ਦੇ ਨਾਲ ਇੰਜ ਤੇ ਹੋ ਜਾਂਦਾ। ਤੇ ਅਗਰ ਅਸੀਂ ਆਪਣੀ DHL ਦੀ ਗੱਡੀ ਹੋਈ, ਜਿਸ ਤਰ੍ਹਾਂ ਤੁਸੀਂ DHL ਕਰਦੇ ਹੋ ਭੈਣ ਜੀ, DHL ਜਾਂ GLS ਹੁੰਦਾ ਜਾਂ DPD ਹੁੰਦਾ, ਕਿਸੇ ਕੰਪਨੀ ਦੇ ਨਾਲ ਆਪਣੀ ਗੱਡੀ ਪਾ ਲੈਂਦੇ ਆ। ਜੀ ਬਿਲਕੁਲ, ਇਹ ਗੱਡੀ ਤੁਸੀਂ ਆਪਣੀ ਲੈ ਸਕਦੇ ਹੋ, ਤੁਸੀਂ ਲੈ ਕੇ ਕਿਸੇ ਕੰਟੈਕਟ ਕਰ ਸਕਦੇ ਹੋ। ਅਸੀਂ ਕੰਮ ਕਰਨਾ ਚਾਹੁੰਦੇ ਹਾਂ, ਫਰਮਾਂ ਨੇ ਇੱਥੇ DHL ਹੈ ਜਾਂ UPS ਹੈ ਜਾਂ AGLS ਹੈ ਜਾਂ DPD ਹੈ, ਇਸ ਤਰ੍ਹਾਂ ਦੀਆਂ ਬਹੁਤ ਜ਼ਿਆਦਾ ਫਰਮਾਂ ਨੇ। ਉਹਨਾਂ ਨਾਲ ਤੁਸੀਂ ਕੰਟੈਕਟ ਕਰ ਲਓ, ਉਹ ਤੁਹਾਨੂੰ ਦੱਸ ਦੇਣਗੇ ਕਿ ਅਸੀਂ ਫੀ ਪੈਕਟ ਦੇ ਇੰਨੇ ਪੈਸੇ ਦੇਣੇ ਆ। ਉਹ ਤੁਹਾਨੂੰ ਦੇਣੇ 'ਚ ਤੁਸੀਂ ਸਮਝਦੇ ਹੋ ਤੁਸੀਂ 100 ਕਸਟਮਰ ਭੁਗਤਾ ਸਕਦੇ ਹੋ, 100 ਪੈਕਟ ਲੈ ਜਾ ਸਕਦੇ ਹੋ। ਤੁਸੀਂ 100 ਉਹ ਤੁਹਾਨੂੰ 50 ਸੈਂਟ ਦਿੰਦੇ ਨੇ ਇੱਕ ਪੈਕਟ ਦੇ ਜਾਂ ਯੂਰੋ ਦਿੰਦੇ ਨੇ, ਉਹ ਉਹਨਾਂ ਦੇ ਮੁਖਤਲਿਫ ਰੇਟ ਨੇ ਜੀ। ਉਹ ਤੁਸੀਂ ਆਪਣਾ ਹਿਸਾਬ ਦੇ ਲਓ, ਉਹ ਤੁਸੀਂ ਕਰਨਾ ਚਾਹੋ ਤੇ ਈਜ਼ੀ ਕਰ ਸਕਦੇ ਹੋ। ਚਲੋ ਜੀ ਠੀਕ ਹੋ ਗਿਆ, ਬੜੀ ਮਿਹਰਬਾਨੀ ਭੱਟ ਸਾਹਿਬ, ਥੈਂਕ ਯੂ ਤੁਹਾਡਾ, ਤੁਸੀਂ ਸਾਨੂੰ ਟਾਈਮ ਦਿੱਤਾ। ਤੇ ਐਂਡ ਤੇ ਆਖਰ ਤੇ ਕੀ ਮੈਸੇਜ ਦੇਣਾ ਚਾਹੋਗੇ ਸਾਡੇ YouTube ਵੇਖਣ ਵਾਲੇ ਜੀਆਂ ਨੂੰ? ਮੈਂ ਆਪਣੇ ਸਾਰੇ ਦੋਸਤਾਂ ਨੂੰ ਇਹੀ ਪੈਗਾਮ ਦੇਣਾ ਚਾਹਾਂਗਾ ਕਿ ਜਿਹੜਾ ਹਾਲ ਦੀ ਘੜੀ ਵਕਤ ਜਾ ਰਿਹਾ, ਇੱਕ ਦੂਸਰੇ ਦੀ ਹੈਲਪ ਕਰੋ ਜਿੰਨੀ ਹੋ ਸਕਦੀ ਹੈ, ਤੇ ਗਲਤ ਫਹਿਮੀਆਂ ਨੂੰ ਭੁਲਾ ਕੇ ਇੱਕ ਸਾਈਡ ਤੇ ਰੱਖ ਕੇ ਇਸ ਟਾਈਮ ਜਿਹੜਾ ਮੁਸ਼ਕਲ ਵਕਤ ਆਏ, ਹਰ ਇੱਕ ਦੂਸਰੇ ਦੀ ਜਿੱਥੇ ਤੱਕ ਹੋ ਸਕਦੀ ਹੈਲਪ ਕਰੋ। ਅੱਲਾ ਦੀ ਜ਼ਾਤ ਦਾ ਵੀ ਫਰਮਾਨ ਹੈ ਕਿ ਅਸੀਂ ਬੈਸਟ ਕੌਮ ਸਾਰਿਆਂ ਨਾਲ ਤਾਂ ਹੀ ਗਿਣੇ ਜਾਂਦੇ ਹਾਂ ਕਿ ਸਾਡਾ ਈਮਾਨ ਵਿੱਚ ਤਾਂ ਹੀ ਇਹ ਪੂਰਾ ਹੁੰਦਾ ਹੈ ਕਿ ਅਸੀਂ ਕਿਸੇ ਵੀ ਮੁਸਲਮਾਨ ਇਨਸਾਨ ਦੀ ਖਿਦਮਤ ਕਰਨੇ ਆ ਜਾਂ ਉਹਦੀ ਹੈਲਪ ਕਰਨੇ ਆ। ਤੇ ਇੱਕ ਦੂਸਰੇ ਦੀ ਹੈਲਪ ਕਰੋ, ਖੁਸ਼ ਰਹੋ। ਅਸੀਂ ਪਾਕਿਸਤਾਨ ਦੇ ਨੁਮਾਇੰਦੇ ਬਣ ਕੇ ਦੂਸਰੇ ਮੁਲਕ ਵਿੱਚ ਆਏ, ਸਾਡੀ ਵਜ੍ਹਾ ਤੋਂ ਸਾਡੇ ਮੁਲਕ ਦਾ ਨਾਂ ਰੋਸ਼ਨ ਹੋਵੇ, ਨਾ ਕਿ ਬੁਰੇ ਲਫ਼ਜ਼ਾਂ 'ਚ ਯਾਦ ਕੀਤਾ ਜਾਏ। ਇੱਕ ਬੰਦਾ ਬੁਰਾ ਕੰਮ ਕਰੇਗਾ ਤੇ ਸਾਡੀ ਪੂਰੀ ਕਮਿਊਨਿਟੀ ਨੂੰ ਕਿਹਾ ਜਾਂਦਾ, ਤੇ ਜੇ ਇੱਕ ਅੱਛਾ ਕਰਦਾ ਤਾਂ ਜ਼ਾਹਿਰੀ ਬਾਤ ਹੈ ਸਾਰਿਆਂ ਨੂੰ ਅੱਛਾ ਹੀ ਕਿਹਾ ਜਾਏ। ਤੇ ਮੇਰੀ ਇਹ ਦੁਆ ਹੈ ਕਿ ਸਾਨੂੰ ਸਭ ਨੂੰ ਅੱਲਾ ਇਜ਼ਤ ਤੌਫੀਕ ਦੇਵੇ ਕਿ ਅਸੀਂ ਆਪਣੇ ਮੁਲਕ ਦਾ ਨਾਂ ਰੋਸ਼ਨ ਕਰੀਏ ਤੇ ਆਪਣੇ ਦੋਸਤਾਂ ਦੀ ਜਿੱਥੇ ਤੱਕ ਹੋ ਸਕੇ ਹੈਲਪ ਕਰੀਏ। ਜੀ ਬਿਲਕੁਲ ਭੱਟ ਸਾਹਿਬ, ਬੜੀ ਬੜੀ ਮਿਹਰਬਾਨੀ। ਅੱਲਾਹ ਤਾਲਾ ਤੁਹਾਨੂੰ ਕਾਰੋਬਾਰ ਤੁਹਾਡੇ 'ਚ ਬਰਕਤ ਦੇਵੇ, ਤੁਹਾਡੀ ਜ਼ਿੰਦਗੀ ਲੰਮੀ ਕਰੇ, ਔਰ ਤੁਹਾਡੇ ਬਹੁਤ ਕੀ ਸ਼ੁਕਰੀਆ, ਆਖਦੇ ਨੇ ਸਾਰਾ ਸਿਲਸਿਲਾ ਜਿਹੜਾ ਅੱਛਾ ਬਿਹਤਰ ਤਰੀਕੇ ਦੇ ਨਾਲ ਚੱਲੇ। ਠੀਕ ਜਨਾਬ, ਅੱਲਾ ਤੁਹਾਨੂੰ ਖੁਸ਼ ਰੱਖੇ। ਆਮੀਨ ਜੀ। ਓਕੇ ਫਿਰ ਭੱਟ ਸਾਹਿਬ, ਇਨਸ਼ਾਅੱਲਾ ਫਿਰ ਕਰਾਂਗੇ ਅਗਲੀ ਵੀਡੀਓ 'ਚ ਗੱਲ। ਅਗਰ ਕਿਸੇ ਕਿਸਮ ਦੀ ਸਾਨੂੰ ਜ਼ਰੂਰਤ ਹੋਈ ਤੇ ਅਸੀਂ ਤੁਹਾਡੇ ਨਾਲ ਫਿਰ ਰਾਬਤਾ ਕਰਾਂਗੇ।
ਜ਼ਰੂਰ ਓਕੇ ਜੀ। ਓਕੇ, ਅੱਲਾ ਹਾਫਿਜ਼, ਫੀ ਮਾਨ ਅੱਲਾ। ਲੋ ਜੀ, ਇਹਦੇ ਨਾਲ ਹੀ ਸਾਡੇ ਸਾਰੇ ਵੇਖਣ ਵਾਲਿਆਂ ਨੂੰ ਕੋਸ਼ਿਸ਼ ਕਰਨ ਕਿ ਆਪਣਾ ਸਾਰਾ ਕਲੀਅਰ ਕਰਕੇ ਅੱਗੇ ਜਰਮਨ ਵਿੱਚ ਜਾਣ। ਆਪਣੀ ਸਲਾਮ ਦੁਆ ਦੇ ਸਿਰ ਤੇ ਬੜੀ ਬਿਹਤਰੀ ਆਉਂਦੀ ਹੈ, ਮੁਸ਼ਕਲਾਤ ਦਾ ਸਾਹਮਣਾ ਜਿਹੜਾ ਉਹ ਘੱਟ ਕਰਨਾ ਪੈਂਦਾ ਔਰ ਕੀ ਨਾ ਲੈਂਦੇ ਨੇ ਕਿ ਆਪਣੇ ਆਪ ਨੂੰ ਸਟੈਂਡ ਕਰਨ ਵਾਸਤੇ ਕਿਸੇ ਚੰਗੀ ਕੰਟਰੀ ਵਿੱਚ ਜਾਣਾ ਚਾਹੀਦਾ। ਇਹਦੇ ਵਾਸਤੇ ਅਗਰ ਤੁਸੀਂ ਜਾ ਕੇ ਜਰਮਨ ਪੇਪਰ ਚੇਂਜ ਕਰਵਾਉਣੇ ਨੇ ਤੇ ਤੁਹਾਨੂੰ ਫਾਰ ਐਵਰ ਸਜੋਰ ਯਾਨੀ ਕਿ ਇੰਡੀਟਰਮੀਨਾਤ ਤੋਂ ਸਜੋਰ ਚਾਹੀਦੀ ਹੈ। ਉਹਦੇ ਤੇ ਜਾ ਕੇ ਬਾਈ ਵਾਰੀ ਦੱਸ ਰਹੇ ਸਨ ਕਿ ਆਪਣਾ ਕੰਮ ਦਾ ਕੰਟਰੈਕਟ ਨਾਲ ਲਾਉਣਾ, ਉੱਥੇ ਜਿਹੜੇ ਕੰਮ ਵਾਲਾ ਦਫ਼ਤਰ ਹੈ ਉੱਥੇ ਜਾ ਕੇ ਨਾਲ ਤੁਹਾਡਾ ਮਾਲਕ ਜਾਏ ਜਾਂ ਉਹਦੇ ਕਾਗਜ਼ਾਤ ਤੁਸੀਂ ਨਾਲ ਲੈ ਕੇ ਜਾਓ ਤੇ ਉੱਥੇ ਜਾ ਕੇ ਤੁਸੀਂ ਆਪਣਾ ਕੰਮ ਵਾਸਤੇ ਅਪਲਾਈ ਕਰ ਸਕਦੇ ਹੋ। ਤੁਹਾਡੀ ਇਜਾਜ਼ਤ ਆ ਜਾਵੇ 2 ਹਫ਼ਤਿਆਂ ਤੱਕ ਆ ਜਾਵੇ, ਮਹੀਨੇ ਤੱਕ ਆ ਜਾਵੇ, 1.5 ਮਹੀਨੇ ਤੱਕ ਆ ਜਾਵੇ, ਮੁਖਤਲਿਫ ਸੂਬਿਆਂ ਦਾ ਮੁਖਤਲਿਫ ਹਿਸਾਬ ਕਿਤਾਬ ਹੁੰਦਾ ਤੇ ਤੁਹਾਡਾ ਜਿਸ ਟਾਈਮ ਕੰਮ ਆ ਜਾਏ ਤੇ ਕੰਮ ਦੀ ਇਜਾਜ਼ਤ ਆ ਜਾਏ ਤੇ ਤੁਸੀਂ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ। ਉਸ ਤੋਂ ਬਾਅਦ 1 ਸਾਲ ਦਾ ਤੁਹਾਨੂੰ ਉਹ ਕਾਰਡ ਦੇਣਗੇ, ਫਿੰਗਰ ਲੈਣਗੇ ਤੁਹਾਡੇ ਤੇ 1 ਸਾਲ ਦਾ ਕਾਰਡ ਮਿਲੇਗਾ। 90 ਯੂਰੋ ਸ਼ਾਇਦ ਉਹਦੀ ਫੀਸ ਦੱਸਦੇ ਸਨ ਪਏ ਤੇ ਉਹ 2 ਮਹੀਨੇ ਤੋਂ 3 ਮਹੀਨੇ ਤੱਕ ਤੁਹਾਡਾ 90 ਦਿਨ ਦੇ ਅੰਦਰ ਅੰਦਰ ਯਾਨੀ ਕਿ ਤੁਹਾਡਾ ਕਾਰਡ 1 ਸਾਲ ਦਾ ਬਣ ਕੇ ਤੇ ਆ ਜਾਂਦਾ। ਇਹਦੇ ਨਾਲ ਹੀ ਅਗਰ ਤੁਸੀਂ ਆਪਣੀ ਕੋਈ ਗੱਡੀ ਜਾ ਕੇ ਉੱਥੇ ਫਰਮ ਦੇ ਨਾਲ ਰਾਬਤਾ ਕਰਨਾ ਚਾਹੋ, ਫਰਮ ਦੇ ਥਰੂ ਕੰਮ ਕਰਨਾ ਚਾਹੋ, ਉਹ ਸਭ ਤੋਂ ਬੈਸਟ ਹੈ। ਉਹਦੇ ਵਾਸਤੇ 3-4 ਹਜ਼ਾਰ 5 ਹਜ਼ਾਰ ਦੀ ਉਹ ਦੱਸਦੇ ਹਨ ਤਾਂ ਗੱਡੀ ਲੈਣੀ ਪੈਂਦੀ ਹੈ ਤੇ ਉਸ ਫਰਮ ਦੇ ਨਾਲ ਤੁਹਾਡਾ ਮਤਲਬ ਕਿ ਪੈਕਟ ਦੇ ਹਿਸਾਬ ਦੇ ਨਾਲ ਠੇਕਾ ਹੁੰਦਾ। ਜਿੰਨੇ ਪੈਕਟ ਤੁਸੀਂ ਦਿਹਾੜੀ ਦੇ ਵਿੱਚ ਪਾ ਸਕਦੇ ਹੋ ਉਹਦਾ ਉਹ ਤੁਹਾਨੂੰ ਉਨੀ ਤੁਹਾਡੀ ਮਜ਼ਦੂਰੀ ਜਿਹੜੀ ਬਣੇਗੀ ਤੁਹਾਨੂੰ ਉਹ ਮਿਲ ਜਾਏਗੀ ਕਰੇਗੀ। ਇਹ ਸਭ ਤੋਂ ਬੈਸਟ ਓਪਰਚੁਨਿਟੀ ਹੈ ਅਗਰ ਜਿਹਦੇ ਕੋਲ ਲਾਇਸੈਂਸ ਹੈ। ਲਾਇਸੈਂਸ ਨਹੀਂ ਵੀ ਹੈ ਤੇ ਉੱਥੇ ਕੰਮ ਹਰ ਕਿਸਮ ਦੇ ਸ਼ੋਬੇ ਦੇ ਵਿੱਚ ਵਾਫਰ ਮਕਦਾਰ ਵਿੱਚ ਨੇ ਤੇ ਅੱਲਾਹ ਤਾਲਾ ਤੁਹਾਡਾ ਸਾਰਿਆਂ ਦਾ ਨਿਗਹਿਬਾਨ ਦੁਆਵਾਂ 'ਚ ਯਾਦ ਰੱਖਿਆ ਜੇ। ਇਹਦੇ ਨਾਲ ਹੀ ਜਿਹੜੇ ਭਾਈ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਬਰਾਏ ਮਿਹਰਬਾਨੀ ਸਬਸਕ੍ਰਾਈਬ ਕਰ ਲਓ, ਲਾਈਕ ਕਰੋ ਔਰ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਦੂਸਰੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਜਿਹੜੇ ਜਰਮਨ ਦੇ ਵਿੱਚ ਜਾਣਾ ਚਾਹੁੰਦੇ ਨੇ, ਜਾ ਕੇ ਉੱਥੇ ਆਪਣਾ ਮੁਸਤਕਬਲ ਸਟਾਰਟ ਕਰਨਾ ਚਾਹੁੰਦੇ ਨੇ। ਤੇ ਫੀ ਮਾਨ ਅੱਲਾ ਸਾਰੇ ਦੋਸਤਾਂ ਨੂੰ। ਇਨਸ਼ਾਅੱਲਾ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਇਹ ਅੱਗੇ ਵੀਡੀਓ ਬੜੀ ਲੰਮੀ ਹੋ ਚੁੱਕੀ ਹੈ। ਇਨਸ਼ਾਅੱਲਾ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਬੈਲਜੀਅਮ ਦੇ ਬਾਰੇ ਗੱਲਬਾਤ, ਪੁਰਤਗਾਲ ਦੇ ਬਾਰੇ ਗੱਲਬਾਤ ਕਰਾਂਗੇ ਕਿ ਪੁਰਤਗਾਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੇਪਰ ਲਏ ਜਾ ਸਕਦੇ ਨੇ ਤੇ ਸਪੇਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੇਪਰ ਲਏ ਜਾ ਸਕਦੇ ਨੇ ਤੇ ਬੈਲਜੀਅਮ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਾ ਕੇ ਤੇ ਆਪਣੇ ਤੁਸੀਂ ਪੇਪਰ ਚੇਂਜ ਕਰਵਾ ਸਕਦੇ ਹੋ।